ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ। ਏਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਹਕ ਰਾ ਗੰਜ਼ੂਰ ਗੁਰ ਗੋਬਿੰਦ ਸਿੰਘ। ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜਗ ਤੇਰਾ ਹੋਏ। ਰੇ ਮਨ ਐਸੋ ਕਰ ਸਣਿਆਸਾ, ਬਨ ਸੇ ਸਦਨ ਸਮੈ ਕਰ ਸਮਝੋ। ਮਨ ਹੀ ਮਾਹੇ ਉਦਾਸਾ, ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਮੀਡੀਆ ਰਾਹੀਂ ਘਰਾਂ ਅੰਦਰ ਬੈਠੇ ਗੁਰਮੁਖ ਪਿਆਰੇ ਸਰਵਣ ਕਰ ਰਹੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਦਿਵਸ ਦੀਆਂ ਖੁਸ਼ੀਆਂ ਨੂੰ ਸਮਰਪਿਤ ਰਾਤਰੀ ਵੇਲੇ ਦੇ ਸਜੇ ਹੋਏ ਵਿਸ਼ੇਸ਼ ਦੀਵਾਨ ਅੰਦਰ ਜੁੜ ਬੈਠ ਗੁਰੂ ਸਵਾਰਿਆਂ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਹਿ ਬਖਸ਼ਿਸ਼ ਰਹਿਮਤ ਕਰਨ ਹਾਜ਼ਰੀ ਦਰ ਪ੍ਰਵਾਨ ਹੋਏ। ਸਤਿਗੁਰਾਂ ਦੀ ਜਿਸ ਵਕਤ ਪਾਵਨ ਬਾਣੀ ਰਾਹੀਂ ਕੁਝ ਸਿਫਤ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਥਾਂ ਤੇ ਜ਼ਿਕਰ ਕੀਤਾ, ਕਹਿਣ ਲੱਗੇ ਘਰ ਦੇ ਅੰਦਰ ਰੱਖੀਆਂ ਹੋਈਆਂ ਬਹੁਤਾਤ ਚੀਜ਼ਾਂ ਦਾ ਵੇਟ ਕੀਤਾ ਜਾ ਸਕਦਾ ਹੈ। ਕੋਈ 1 ਕਿਲੋ ਦੀ ਹੋਏਗੀ, ਕੋਈ 2, 5, 10, 100 ਕਿਲੋ ਦੀ ਹੋਏਗੀ, ਹਰ ਚੀਜ਼ ਤੋਲੀ ਜਾ ਸਕਦੀ। ਪਰ ਜਿਸ ਵਕਤ ਇਸ ਕਾਇਨਾਤ ਦੇ ਅੰਦਰ ਬਣਾਈਆਂ ਹੋਈਆਂ ਕੁਝ ਹੋਰ ਚੀਜ਼ਾਂ ਦੀ ਗੱਲ ਆਉਂਦੀ ਏ, ਜਿਨ੍ਹਾਂ ਵਿੱਚ ਸਾਹਿਬ ਕਹਿਣ ਲੱਗੇ ਧਰਤੀ ਹੈ, ਪਾਣੀ ਹੈ, ਪਹਾੜ ਹੈ, ਹੋਰ ਕੋਈ ਭਾਰੀ ਚੀਜ਼ ਹੋਵੇ, ਇਸ ਨੂੰ ਤੋਲਿਆ ਨਹੀਂ ਜਾ ਸਕਦਾ। ਔਰ ਵੱਟੇ ਜਿਹੜੇ ਨੇ ਛੋਟੇ ਛੋਟੇ, ਉਹ ਵੀ ਸੁਨਿਆਰੇ ਵੀਰ ਵਾਲੇ, ਰੱਤੀਆਂ ਦੇ, ਮਾਸਿਆਂ ਦੇ, ਇਹਨਾਂ ਵੱਟਿਆਂ ਦੇ ਨਾਲ ਕੀ ਇਹਨਾਂ ਭਾਰੀ ਚੀਜ਼ਾਂ ਨੂੰ ਤੋਲਿਆ ਜਾ ਸਕਦਾ ਹੈ? ਨਹੀਂ ਹੋ ਸਕਦਾ। ਸਾਹਿਬ ਕਹਿਣ ਲੱਗੇ ਬਸ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਉਸਤਤ ਜਿਹੜੀ ਹੈ, ਉਹ ਵੀ ਪੂਰਨ ਤੌਰ ਤੇ ਬਿਆਨ ਨਹੀਂ ਹੋ ਸਕਦੀ। ਬਸ ਜਿੰਨੀ ਜਿੰਨੀ ਸਮਝ ਹੈ ਓਨੀ ਓਨੀ ਜੀਵ ਬਿਆਨ ਕਰ ਦਿੰਦਾ ਹੈ। ਧਰਤੀ, ਪਾਣੀ, ਪਰਬਤ ਭਾਰ, ਕਿਉਂ ਕੰਡੈ ਤੋਲੇ ਸੁਣਿਆਰ, ਤੋਲਾ ਮਾਸਾ ਰਤਕ ਪਾਏ, ਨਾਨਕ ਪੁੱਛਿਆ ਦੇ ਪੁਜਾਏ। ਸਾਹਿਬ ਕਹਿਣ ਲੱਗੇ ਜਿਵੇਂ ਇਹ ਚੀਜ਼ਾਂ ਤੋਲੀਆਂ ਮਾਪੀਆਂ ਨਹੀਂ ਜਾਂਦੀਆਂ, ਇਸੇ ਤਰ੍ਹਾਂ ਵੱਡੇ ਕਿਸੇ ਮਹਾਂਪੁਰਖ ਦੀ ਉਸਤਤ ਜਿਹੜੀ ਹੈ ਉਹ ਵੀ ਪੂਰਨ ਤੌਰ ਤੇ ਬਿਆਨ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ, ਪਾਵਨ ਬਾਣੀ ਵਿੱਚੋਂ ਸਵੇਰੇ ਵੀ ਕੁਝ ਬਚਨਾਂ ਦੀ ਆਪਾਂ ਵਿਚਾਰ ਸਾਂਝੀ ਕੀਤੀ ਸੀ। ਕੁਝ ਕੁ ਬਚਨਾਂ ਦੀ ਰਲ ਮਿਲ ਕੇ ਹੋਰ ਸਾਂਝ ਪਾ ਸਕੀਏ। ਵਿਚਾਰ ਆਰੰਭਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ
गुरु बख्शी फतेह प्रवान करो जी। वाहिगुरु जी का खालसा वाहिगुरु जी की फतेह। हिंदी दे श्रोमणी कवि तुलसीदास दे जदों बोल पढ़े जाते ने, उन्होंने एक थां ते जिक्र किया, कहन लगे जननी जने तो भगत जन, कह दाता कै सूर, नहीं तो जननी बांझ रहे, काहे गवावे नूर। कि जे किसी औरत ने मां बनना है, उस औरत ने मां बन चंगे बच्चे नूं जे किते जन्म दे दिता ते ओ मां भी वड्डे भागां वाली बन जाएगी। उस मां दी कुख तो पैदा होया कोई भगत बन जाए, कोई दाता दानी बन जाए, कोई सूरमा बन जाए, इन्हां विचों जे किते एक भी गुण उस पैदा होए बच्चे दे विच आ गया ते मां जिहड़ी है वो वडभागी बन जाएगी, वो जगत दे अंदर सत्कारी जाएगी कि इस मां दी कुख तो इन्ना सोहना लाल पैदा होया, एक गुण होवे भावें। पर जिस वक्त इन्हां बचनां नूं गुरु गोबिंद सिंह पातशाह ते ला के देखने आ ते गुरु गोबिंद सिंह पातशाह दे अंदर ये तिन्ने गुण नज़र आउंदे हन। ओ भगत भी हन, ओ दाते भी हन ते ओ सूरमे भी हन। जिस वक्त दुनिया नूं देखिया जांदा है, बहुतात कई वार रब नूं पाउण दी गल आई, भगत बनन दी गल आई ते बहुतात लोग जिहड़े सन ओ घर बार छड्ड के सोच उन्हां दी कि पहाड़ां ते जावांगे, उत्थे अपने शरीर नूं कष्ट अंदर पावांगे तां ही असीं भगत बन सकदे हां, तां ही परमात्मा दे दर ते प्रवान हो सकदे हां। बड़ी वड्डी उन्हां ने अपने शरीर नूं बिपता पाई। कोई तां पानी दे अंदर खड़ा हो जांदा है, कोई एक लत दे सहारे खड़ा हो जांदा है, कोई अग दे नेड़े खड़ा हो गया, कोई अपने केसां दे अंदर बोड़ दा दुੱਧ पा के जटावां बना के इस तरह उन्हां केसां नूं फिर किसी दरखत दी टाणी दे नाल बन के रात रात सारी इस तरह लटकिया रहा कि किते नींद दा झटका ना लग जाए। इन्हां शरीर नूं इस विपता दे अंदर पाया, पर सतगुरु दी पावन बाणी कहंदी है, इन्हां दुख शरीर नूं देण वालिया, जिन्हां विकारां दा तेरे तो खैड़ा छडाउणा सी, ਉਹ ਤੇ ਅਜੇ ਵੀ ਤੇਰੇ ਨਾਲ ਹੀ ਤੁਰੇ ਫਿਰਦੇ ਨੇ। ਦੇਸ਼ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਜਿਨ੍ਹਾਂ ਪੰਜ ਵਿਕਾਰਾਂ ਦਾ ਤਿਆਗ ਕਰਨਾ ਸੀ, ਉਹ ਪੰਜ ਵਿਕਾਰ ਤਾਂ ਪਹਾੜਾਂ ਤੇ ਵੀ ਨਾਲ ਚਲੇ ਗਏ, ਉਹ ਜੰਗਲਾਂ ਅੰਦਰ ਵੀ ਨਾਲ ਚਲੇ ਗਏ। ਸਾਹਿਬ ਕਹਿਣ ਲੱਗੇ, ਕਿਉਂ ਸਰੀਰ ਨੂੰ ਦੁੱਖ ਦਿੰਦਾ ਫਿਰਨਾ? ਇਹ ਭਗਤੀ ਤੇਰੀ ਪ੍ਰਵਾਨ ਨਹੀਂ। ਜੇ ਸਾਰੀ ਮਨੁੱਖਤਾ ਕਾਰੋਬਾਰ ਛੱਡ ਕੇ ਸਮਾਜ ਦੇ ਨਾਲੋਂ ਨਾਤਾ ਤੋੜ ਕੇ ਪਹਾੜਾਂ ਤੇ ਚੜ ਜਾਏ ਤੇ ਫਿਰ ਆ ਸਾਜੀ ਕੋਈ ਦੋਈ ਕੁਦਰਤ ਮਾਲਕ ਨੇ ਇਸ ਅੰਦਰ ਕਾਦੀ ਰੌਣਕ ਰਹਿ ਜਾਏਗੀ। ਜੇ ਸਾਰੇ ਇਸੇ ਤਰ੍ਹਾਂ ਕਰਨ ਲੱਗ ਜਾਣ ਕਿ ਰੱਬ ਨੂੰ ਪਾਉਣਾ ਹੈ, ਭਗਤ ਬਣਨਾ ਹੈ ਤੇ ਘਰ-ਬਾਰ ਦੇ ਕੰਮ ਛੱਡ ਦਿਓ ਤੇ ਪਹਾੜਾਂ ਤੇ ਚੜ ਜਾਓ ਤਾਂ ਮਿਲਾਪ ਹੋਵੇਗਾ। ਸਾਹਿਬ ਕਹਿਣ ਲੱਗੇ, ਨਹੀਂ, ਮੈਂ ਤੈਨੂੰ ਘਰ ਦੇ ਅੰਦਰ ਕੀ ਰੱਖ ਕੇ ਭਗਤ ਬਣਾਉਣਾ ਚਾਹੁੰਦਾ। ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਆਰੰਭ ਹੁੰਦੀ ਏ ਤੇ ਉਹਨਾਂ ਨੇ ਸਾਡੇ ਤੋਂ ਕੁਝ ਨਹੀਂ ਛੁਡਾਇਆ। ਕਹਿਣ ਲੱਗੇ, ਦੁਨੀਆ ਦੇ ਸਾਰੇ ਸੁੱਖ ਤੇਰੇ ਕੋਲ ਆਉਣੇ ਚਾਹੀਦੇ ਨੇ, ਤੇਰੇ ਕੋਲ ਸੋਹਣਾ ਘਰ-ਬਾਰ ਆਉਣਾ ਚਾਹੀਦਾ ਹੈ, ਤੇਰੇ ਕੋਲ ਸੋਹਣੀ ਗੱਡੀ ਹੋਵੇ, ਤੇਰਾ ਸਮਾਜ ਅੰਦਰ ਚੰਗਾ ਨਾਮ ਨਾ ਹੋਵੇ, ਤੇਰੇ ਬੱਚੇ ਜਿਹੜੇ ਹਨ ਉਹ ਸਿਆਣੇ ਸਮਝਦਾਰ ਹੋਣ। ਪਰ ਇਹਨਾਂ ਸਾਰੀਆਂ ਦਾਤਾਂ ਨੂੰ ਪਾ ਕੇ ਕਿਤੇ ਇਹਨਾਂ ਦਾਤਾਂ ਦੇ ਅੰਦਰ ਹੀ ਖਚਤ ਨਾ ਹੋ ਜਾਈ, ਤੈਨੂੰ ਸਮਝ ਪੈ ਜਾਏ ਕਿ ਮੈਂ ਰੱਬ ਦੇ ਨਾਲ ਨਾਤਾ ਜੋੜਨ ਵਾਸਤੇ ਆਇਆ। ਇਹਨਾਂ ਦੀ ਸਾਂਭ ਸੰਭਾਲ, ਇਹਨਾਂ ਦੀ ਜ਼ਿੰਮੇਵਾਰੀ ਨੂੰ ਵੀ ਨਿਭਾਉਣਾ ਹੈ। ਪਰ ਸੁਰਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਉਹਨਾਂ ਬੋਲਾਂ ਵਾਂਗ ਚੁੱਕ ਕੇ ਰੱਖਣੀ ਹੈ ਜਿੱਥੇ ਸਿੱਧ ਗੋਸ਼ਟ ਅੰਦਰ ਸਾਹਿਬ ਕਹਿਣ ਲੱਗੇ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਜਿਵੇਂ ਮੁਰਗਾਬੀ ਪਾਣੀ ਅੰਦਰ ਰਹਿ ਕੇ ਉਹ ਪੰਛੀ ਆਪਣੇ ਕਦੀ ਖੰਭਾਂ ਨੂੰ ਪੰਖਾਂ ਨੂੰ ਪਾਣੀ ਨਹੀਂ ਲੱਗਣ ਦਿੰਦੇ, ਭਾਵੇਂ ਕਿੰਨਾ ਸਮਾਂ ਪਾਣੀ ਅੰਦਰ ਰਹੇ,
ਆਖਰ ਪਾਣੀ ਦੇ ਵਿੱਚੋਂ ਹੀ ਉਹ ਉਡਾਰੀ ਮਾਰ ਜਾਂਦੀ ਏ। ਕਮਲ ਦਾ ਫੁੱਲ ਜਿਹੜਾ ਹੈ, ਚਿੱਕੜ ਅੰਦਰ ਪਾਣੀ ਅੰਦਰ ਹੈ, ਜਿੰਨਾ ਜਿੰਨਾ ਚਿੱਕੜ ਜਾਂ ਪਾਣੀ ਉੱਪਰ ਹੋਈ ਜਾਂਦਾ ਹੈ, ਕਮਲ ਦਾ ਫੁੱਲ ਵੀ ਉਸੇ ਤਰ੍ਹਾਂ ਆਪਣੇ ਆਪੇ ਨੂੰ ਉਹਨਾਂ ਉੱਚਾ ਕਰੀ ਜਾਂਦਾ ਹੈ। ਸਾਹਿਬ ਕਹਿਣ ਲੱਗੇ ਰਹਿਣਾ ਸੰਸਾਰ ਅੰਦਰ ਹੈ, ਰਹਿਣਾ ਸੰਸਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਹੈ, ਸਾਰੇ ਕੰਮ ਕਰਨੇ ਪੈਣਗੇ, ਪਰ ਮੈਂ ਤੇਰਾ ਕੋਈ ਵੀ ਕੰਮ ਛਡਾਉਣਾ ਨਹੀਂ ਚਾਹੁੰਦਾ। ਬਸ ਇਹਨਾਂ ਕੰਮਾਂ ਅੰਦਰ ਰਹਿ ਕੇ ਇਹਨਾਂ ਅੰਦਰ ਖਚ ਨਹੀਂ ਪਾਉਣਾ। ਬਸ ਅਰਦਾਸ ਇੱਕ ਕਰਨ ਦੀ ਤੈਨੂੰ ਜਾਚ ਆ ਜਾਏ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਉਵੇਂ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਓ। ਸਾਹਿਬ ਕਹਿਣ ਲੱਗੇ ਸਾਰੀਆਂ ਦਾਤਾਂ ਨੂੰ ਦੇਖ ਦੇਖ ਕੇ ਆਪਣੀ ਮੋਹਰ ਨਾ ਲਾਈ, ਉੱਥੇ ਬਸ ਤੇਰੀ ਰਸਨਾ ਤੋਂ ਇਹ ਬੋਲ ਨਿਕਲਦੇ ਹੋਣ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, मुझ में रहा न हूँ, जब आपा पर का मिट गया, जत देखो तत तू, के हर पासे हर थां ते सब में जोत, जोत है सोए, हर जीव दे अंदर मालक दी जोत नज़र आए। ते फिर कदी भी इंसान किसे नाल कोई धक्का जोरी नहीं करता, सब नूं अपना परिवार, सब नूं रब दी संतान समझदा है। ਇਹ ਬਹੁਤਾਤ ਅਸਲੇ ਨਾਲੋਂ ਟੁੱਟ ਕੇ ਬਸ ਆਪਣੇ ਪਰਿਵਾਰ ਦੇ 5-10 ਜੀਆਂ ਤੱਕ ਸੀਮਤ ਨਾ ਹੋਵੇ, ਉਹ ਮੋਹ ਹੈ। ਤੇ ਜਦੋਂ ਇਹ ਮੋਹ ਦੀ ਦੀਵਾਰ ਗੁਰੂ ਕੇ ਸਿਧਾਂਤ ਨੂੰ ਪੜ੍ਹ ਕੇ ਟੁੱਟ ਜਾਂਦੀ ਹੈ, ਫਿਰ ਇਹ ਦੇਸ਼ ਦੀਆਂ ਖੱਦਾਂ ਨਹੀਂ ਰਹਿੰਦੀਆਂ, ਫਿਰ ਸਾਰਾ ਸੰਸਾਰ ਹੀ ਆਪਣਾ ਲੱਗਦਾ ਹੈ। ਔਰ ਗੁਰੂ ਨਾਨਕ ਸਾਹਿਬ ਦਾ ਘਰ ਤੈਨੂੰ ਸਾਰਾ ਸੰਸਾਰ ਦੇਖਣ ਵਾਸਤੇ ਸਮਝਣ ਵਾਸਤੇ ਹੀ ਇੰਨਾ ਵੱਡਾ ਸਿਧਾਂਤ ਦਿੰਦਾ ਹੈ ਕਿ ਆਪਣੇ ਦੇਸ਼ ਤੱਕ, ਆਪਣੇ ਇਲਾਕੇ ਤੱਕ, ਆਪਣੇ ਪਰਿਵਾਰ ਤੱਕ ਸੀਮਤ ਨਾ ਰਹਿ ਜਾਈਂ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਰੱਬ ਦੇ ਪੈਦਾ ਕੀਤੇ ਕੋਈ ਜੀਵ ਨੇ, ਕਿਸੇ ਤੋਂ ਨਫ਼ਰਤ ਨਾ ਕਰੀ। ਜੇ ਕੋਈ ਕਿਸੇ ਤੋਂ ਨਫ਼ਰਤ ਕਰ ਰਿਹਾ ਹੈ ਤੇ ਅਜੇ ਗੁਰੂ ਕੇ ਸਿਧਾਂਤ ਨੂੰ ਸਮਝਿਆ ਹੀ ਕੋਈ ਨਹੀਂ। ਜੇ ਗੁਰੂ ਕੀ ਵਿਚਾਰਧਾਰਾ ਨੂੰ ਸਮਝ ਜਾਂਦਾ ਤੇ ਫਿਰ ਉਸ ਨੂੰ ਇਹ ਕਹਿ ਦਿੰਦਾ ਕਿ ਮੇਰੇ ਗੁਰੂ ਦਾ ਤੇ ਸੁਭਾਅ ਹੀ ਇਹ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਸਾਹਿਬ ਕਹਿਣ ਲੱਗੇ ਇਹ ਭਗਤੀ ਵਾਲੇ ਸਾਰੇ ਗੁਣ ਤੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਦਰ 10ਵੇਂ ਜਾਮੇ ਅੰਦਰ ਸਾਰੇ ਗੁਣ ਨੇ। ਕੱਲੀ ਤਲਵਾਰ ਦੀ ਕਿਰਪਾਨ ਦੀ ਗੱਲ ਨਹੀਂ, ਉਹ ਤਾਂ ਮੈਂ ਅੱਗੇ ਜਾ ਕੇ ਜ਼ਿਕਰ ਕਰਾਂਗਾ। ਮਜਬੂਰੀ ਅੰਦਰ ਬਾਹਰ ਕੱਢਣੀ ਪਈ। ਸਤਿਗੁਰੂ ਦਾ ਘਰ ਨਹੀਂ ਚਾਹੁੰਦਾ ਕਿ ਐਵੇਂ ਕਿਸੇ ਉੱਪਰ ਖਾਮਖਾ ਧੱਕਾ ਜੋਰੇ, ਕਿਸੇ ਨਾਲ ਵਾਰ ਉੱਪਰ ਵਾਰ ਕੀਤਾ ਜਾਏ। ਜੇ ਕੋਈ ਵਾਰ-ਵਾਰ ਤੰਗ ਕਰਦਾ ਹੈ ਤਾਂ ਜਾ ਕੇ ਇਹ ਸ੍ਰੀ ਸਾਹਿਬ ਇਹ ਸ਼ਸਤਰ ਚੁੱਕਣਾ ਪੈ ਜਾਂਦਾ ਹੈ। ਨਹੀਂ ਤੇ ਸਤਿਗੁਰੂ ਭਗਤ ਦੀ ਕੀ ਗੱਲ ਪਹਿਲਾਂ ਸਾਹਮਣੇ ਰੱਖਦੇ ਨੇ। ਔਰ ਸਵੇਰੇ ਵੀ ਆਪਾਂ ਬਚਨ ਸਾਂਝੇ ਕਰ ਰਹੇ ਸਾਂ, 5 ਜਾਮਿਆਂ ਅੰਦਰ ਭਗਤੀ ਦੀ ਕੀ ਗੱਲ ਹੋਈ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੜ੍ਹਿਆ ਜਾਂਦਾ ਹੈ ਤੇ ਕੱਲੀ ਉਹ ਸ਼ਕਤੀ ਦੀ ਗੱਲ ਹੀ ਨਹੀਂ, ਉਹ ਭਗਤੀ ਦੀ ਗੱਲ ਕਰਦੇ ਨੇ। ਕਿਉਂਕਿ ਜੇ ਮਾਲਾ ਤੱਕ ਸੀਮਤ, ਭਗਤੀ ਤੱਕ ਸੀਮਤ ਇਹ ਦੇਸ਼ ਸੀ ਤੇ ਤਾਂ ਹੀ ਵਾਰ-ਵਾਰ ਚੜ੍ਹ ਕੇ ਧਾੜ ਵੀ ਆਉਂਦੇ ਸਨ। ਹਮਲਾਵਰ ਅਰਬ ਕੰਟਰੀਆਂ ਵਿੱਚੋਂ ਆਏ ਤੇ ਇਸ ਇਲਾਕੇ ਨੂੰ ਲੁੱਟ ਕੇ ਉਹ ਵਾਪਸ ਚਲੇ ਜਾਂਦੇ ਸਨ ਤੇ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਇਹ ਉਹਨਾਂ ਦਾ ਸਾਹਮਣਾ ਕਰ ਸਕੇ, ਇਹ ਉਹਨਾਂ ਨੂੰ ਰੋਕ ਸਕੇ। ਇਹ ਸਤਿਗੁਰੂ ਦੇ ਘਰ ਦੀ ਦੇਣ। ਖੈਰ ਅੱਗੇ ਇਹ ਬਚਨ ਸਾਂਝਾ ਕਰਾਂਗਾ। ਭਗਤੀ ਦੀ ਗੱਲ ਮੈਂ ਸਾਂਝੀ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਵੱਡੇ ਭਗਤ ਵੀ ਨੇ, ਕੱਲੀ ਕਿਰਪਾਨ ਦੀ ਤਲਵਾਰ ਦੀ ਗੱਲ ਨਹੀਂ। ਜੇ ਉਹਨਾਂ ਦੇ ਬਚਨ ਪੜ੍ਹੇ ਜਾਂਦੇ ਨੇ ਤੇ ਬੜੀਆਂ ਕਮਾਲ ਦੀਆਂ ਉਦਾਹਰਨਾਂ ਉਹ ਭਗਤੀ ਸੰਬੰਧੀ ਜਾਂ ਇਸ ਘਰ ਦੇ ਅੰਦਰ ਪ੍ਰਵਾਨ ਹੋਣ ਸੰਬੰਧੀ ਕਰਦੇ ਨੇ। ਇੱਕ ਥਾਂ ਤੇ ਉਹਨਾਂ ਨੇ ਬਚਨ ਸਾਂਝਾ ਕੀਤਾ, ਕਹਿਣ ਲੱਗੇ ਇੱਕ ਇਨਸਾਨ ਇਸ ਘਰ ਦੇ ਅੰਦਰ ਆ ਕੇ ਸਿਜਦਾ ਕਰਦਾ ਹੈ, ਕੁਝ ਸਮਾਂ ਇੱਥੇ ਆ ਕੇ ਨਮਸਕਾਰ ਕਰਕੇ ਬੈਠ ਗਿਆ, ਪਰ ਜੇ ਉਸ ਨੂੰ ਇਸ ਘਰ ਵਿੱਚੋਂ ਕੋਈ ਸਮਝ ਨਹੀਂ, ਸਾਰ ਨਹੀਂ, ਬਸ ਉਹ ਇਹ ਦੇਖਦਾ ਹੋਏ ਕਿ ਕਦੋਂ ਦੀਵਾਨ ਦੀ ਸਮਾਪਤੀ ਹੋਏ, ਪ੍ਰਸ਼ਾਦਾ ਪਾਣੀ ਮਿਲੇ। ਖੈਰ ਬਹੁਤਾਤ ਅਜੇ ਸਾਨੂੰ ਸਮਝ ਨਹੀਂ ਪਈ। ਮੁਆਫੀ ਅੰਦਰ ਰੱਖਣਾ, ਏਡੇ ਏਡੇ ਵੱਡੇ ਇਹ ਸਮਾਗਮ ਉਲੀਕੇ ਜਾਂਦੇ ਨੇ, ਇਹਨਾਂ ਪ੍ਰਬੰਧਕਾਂ ਵੱਲੋਂ ਖਰਚਾ ਕੀਤਾ ਜਾਂਦਾ ਹੈ
ਤੇ ਅਸੀਂ ਉਦੋਂ ਹੀ ਬਹੁਤਾਤ ਆਉਂਦੇ ਆ ਜਿਸ ਵਕਤ ਲੰਗਰ ਪ੍ਰਸ਼ਾਦੇ ਦਾ ਸਮਾਂ ਹੋ ਜਾਏ। ਇਹ ਸਾਨੂੰ ਸਮਝਣ ਦੀ ਲੋੜ ਹੈ, ਨਹੀਂ ਤੇ ਸਤਿਗੁਰੂ ਦੀਆਂ ਖੁਸ਼ੀਆਂ ਇਹਨਾਂ ਗੱਲਾਂ ਵਿੱਚੋਂ ਨਹੀਂ ਮਿਲਣੀਆਂ। ਤੇ ਜੇ ਕੋਈ ਬੱਧਾ ਚੱਟੀ ਨਾਲ ਆ ਕੇ ਨਮਸਕਾਰ ਕਰਕੇ ਬੈਠ ਜਾਂਦਾ ਹੈ ਤੇ ਅੰਦਰ ਪਿਆਰ ਕੋਈ ਨਹੀਂ। ਉਸ ਸੰਬੰਧੀ ਮੈਂ ਜ਼ਿਕਰ ਕਰਨ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਐ ਇਨਸਾਨ ਮੈਨੂੰ ਤੇਰੀ ਹਾਲਤ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਜਿਵੇਂ ਕੋਈ ਇੱਕ ਇਨਸਾਨ ਜੰਗਲ ਦੇ ਅੰਦਰ ਸ਼ਿਕਾਰ ਖੇਡਣ ਵਾਸਤੇ ਗਿਆ। ਹੁਣ ਜਿਸ ਵਕਤ ਉਹ ਆਪਣੇ ਕੋਲ ਬੰਦੂਕ ਕੋਈ ਸ਼ਸਤਰ ਲੈ ਕੇ ਜਾਂਦਾ ਹੈ ਤੇ ਜੰਗਲ ਦੇ ਅੰਦਰ ਜ਼ਮੀਨ ਤੇ ਵਾਰ-ਵਾਰ ਲੇਟਦਾ ਹੈ ਕਿ ਸਾਹਮਣੇ ਉਹ ਚੜਿਆ ਹੋਇਆ ਉਹ ਸ਼ਿਕਾਰ ਮੇਰੇ ਵੱਲ ਕਿਤੇ ਮੈਨੂੰ ਦੇਖ ਨਾ ਲਏ। ਲੋਕੇ ਉਸ ਉੱਪਰ ਵਾਰ ਕੀਤਾ ਜਾਂਦਾ ਹੈ ਤੇ ਉਹ ਵੀ ਜ਼ਮੀਨ ਤੇ ਕਈ ਵਾਰ ਸਿੱਧਾ ਲੇਟ ਜਾਂਦਾ ਹੈ। ਇਹ ਇਨਸਾਨ ਜੇ ਅੰਦਰ ਪਿਆਰ ਨਹੀਂ ਤੇ ਗੁਰੂ ਦੇ ਸਾਹਮਣੇ ਭਾਵੇਂ ਡੰਡੌਤ ਬੰਦਨਾ ਕਰੀ ਜਾ ਤਾਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਤੂੰ ਭਗਤ ਨਹੀਂ ਬਣ ਸਕਦਾ, ਤੂੰ ਪ੍ਰਵਾਨ ਨਹੀਂ ਹੋ ਸਕਦਾ। ਕਹਿਣ ਲੱਗੇ ਕਿ ਉਹ ਜੰਗਲ ਅੰਦਰ ਗਿਆ ਹੋਇਆ ਇਨਸਾਨ ਇੱਕ ਸ਼ਿਕਾਰ ਦੇ ਉੱਪਰ ਨਿਗਾਹ ਰੱਖਦਾ ਹੋਇਆ ਸ਼ਿਕਾਰ ਦਾ ਘਾਣ ਕਤਲ ਕਰ ਦਿੰਦਾ ਹੈ। ਹੁਣ ਸਿਰ ਤੇ ਉਹਦਾ ਵੀ ਝੁਕਿਆ ਹੋਇਆ ਹੈ, ਡੰਡੌਤ ਤੇ ਉਹ ਵੀ ਕਰ ਰਿਹਾ ਹੈ, ਉਹ ਵੀ ਸਿੱਧਾ ਧਰਤੀ ਤੇ ਲੇਟਿਆ ਹੋਇਆ ਹੈ। ਕਿ ਇਸ ਤਰ੍ਹਾਂ ਦਾ ਲੇਟਿਆ ਹੋਇਆ ਪ੍ਰਵਾਨ ਕਰ ਲਈਏ? ਕਹਿਣ ਲੱਗੇ, ਨਹੀਂ, ਜਿੰਨੀ ਦੇਰ ਅੰਦਰ ਭਾਵਨਾ ਨਹੀਂ, ਜਿੰਨੀ ਦੇਰ ਅੰਦਰੋਂ ਪਿਆਰ ਨਹੀਂ, ਗੁਰੂ ਕੇ ਸਿਧਾਂਤ ਨੂੰ ਸਮਝਦਾ ਨਹੀਂ, ਤੇਰਾ ਇਹ ਝੁਕਿਆ ਹੋਇਆ ਵੀ ਪ੍ਰਵਾਨ ਨਹੀਂ ਹੋਣਾ। ਫਿਰ ਉਹਨਾਂ ਨੇ ਦੂਸਰਾ ਉਦਾਹਰਨ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੋਲਾਂ ਵਿੱਚੋਂ ਹੀ ਇਹ ਬੋਲ ਸਾਂਝੇ ਕਰ ਰਹੇ ਹਾਂ। ਉਹ ਕਹਿਣ ਲੱਗੇ, ਇੱਕ ਮੱਲ ਅਖਾੜੇ ਅੰਦਰ ਪਹਿਲਵਾਨ ਜਾਂਦਾ ਹੈ, ਆਲੇ ਦੁਆਲੇ ਬੜੇ ਲੋਕ ਖੜੇ ਹੋ ਜਾਂਦੇ ਨੇ। ਉਸ ਮੱਲ ਅਖਾੜੇ ਅੰਦਰ ਵਾਰ-ਵਾਰ ਉਹ ਡੰਡ ਬੈਠਕਾਂ ਲਾਉਂਦਾ ਹੈ ਤੇ ਲੋਕ ਸਮਝਣਗੇ ਕਿ ਹੋ ਸਕਦਾ ਇਹ ਵੀ ਬੜਾ ਵੱਡਾ ਭਗਤ ਹੋਏ। ਇਸ ਦਾ ਵੀ ਸਿਰ, ਇਸ ਦਾ ਵੀ ਸਰੀਰ ਧਰਤੀ ਤੇ ਵਾਰ-ਵਾਰ ਲੱਗ ਰਿਹਾ ਹੈ ਕਿ ਹੁਣ ਇਸ ਦਾ ਝੁਕਿਆ ਹੋਇਆ ਵੀ ਅਧਿਆਤਮਕ ਝੁਕਿਆ ਪ੍ਰਵਾਨ ਕਰ ਲਈਏ? ਕਹਿਣ ਲੱਗੇ, ਨਹੀਂ, ਇਹ ਵੀ ਇੱਕ ਬਾਹਰੀ ਵਿਖਾਵੇ ਦਾ ਝੁਕਿਆ ਹੈ, ਇਨਾਮ ਲੈਣ ਵਾਸਤੇ ਝੁਕਿਆ ਹੈ, ਇਹ ਅੰਦਰੋਂ ਨਹੀਂ ਝੁਕਿਆ। ਇਹ ਇੱਥੇ ਖੇਡਣ ਵਾਸਤੇ ਵਾਰ-ਵਾਰ ਡੰਡ ਬੈਠਕਾਂ ਕੱਢ ਰਿਹਾ। ਭਾਵੇਂ ਧਰਤੀ ਤੇ ਇਸ ਦਾ ਕਿੰਨੀ ਵਾਰ ਸਿਰ ਲੱਗ ਜਾਏ, ਮੋਢੇ ਲੱਗ ਜਾਣ, ਪਰ ਇਹ ਝੁਕਿਆ ਹੋਇਆ ਅਧਿਆਤਮਕ ਝੁਕਿਆ ਨਹੀਂ ਬਣ ਸਕਦਾ। ਸਾਹਿਬ ਨੇ ਫਿਰ ਉਸੇ ਵਿੱਚ ਹੀ ਇੱਕ ਹੋਰ ਪ੍ਰਮਾਣ ਸਾਂਝਾ ਕੀਤਾ। ਕਹਿਣ ਲੱਗੇ, ਕੋਈ ਇਨਸਾਨ ਰੋਗੀ ਹੋਵੇ ਜਾਂ ਘਰ ਅੰਦਰ ਜਾਂ ਕਿਤੇ ਹਸਪੀਟਲ ਦੇ ਅੰਦਰ ਉਹ ਬੈੱਡ ਤੇ ਲੇਟਿਆ ਹੋਇਆ ਹੈ, ਕਈ ਵਾਰ ਉਹ ਵੀ ਝੁਕਦਾ ਹੈ। ਜਦੋਂ ਕੋਈ ਦਵਾਈ ਕੰਮ ਨਹੀਂ ਕਰਦੀ, ਪਰੇਸ਼ਾਨ ਹੋਇਆ, ਕਈ ਵਾਰ ਉਹ ਵੀ ਸਿਰ ਆਪਣਾ ਬੈੱਡ ਦੇ ਉੱਪਰ ਲਾ ਕੇ ਕਿੰਨਾ ਸਮਾਂ ਲੇਟਿਆ ਰਹਿੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਉਹ ਤੇ ਆਪਣੇ ਦੁੱਖ ਵਾਸਤੇ ਝੁਕਿਆ ਹੋਇਆ ਹੈ, ਕਿ ਇਸ ਨੂੰ ਵੀ ਕਹਿ ਦਈਏ ਕਿ ਇਹ ਅਧਿਆਤਮਿਕ ਤੌਰ ਤੇ ਝੁਕਿਆ? ਨਹੀਂ, ਇਹ ਵੀ ਆਪਣੇ ਦੁੱਖ ਵਾਸਤੇ ਝੁਕਿਆ ਹੋਇਆ ਹੈ। ਤੇ ਜੇ ਇਸ ਦਰ ਤੇ ਆ ਕੇ ਵੀ ਆਪਣੇ ਦੁੱਖ ਸੁੱਖੀ ਸਾਂਝੇ ਕਰੀ ਜਾਣਾ ਹੈ, ਇਸੇ ਕਰਕੇ ਹੀ ਝੁਕੀ ਜਾਣਾ ਹੈ। ਸਾਹਿਬ ਨੇ ਇਹ ਵੀ ਨਹੀਂ ਕਿਹਾ ਕਿ ਤੂੰ ਆਪਣੇ ਦੁੱਖ ਸਾਂਝੇ ਨਾ ਕਰ, ਸਤਿਗੁਰੂ ਦੇ ਕੋਲ ਆਪਣੇ ਦੁੱਖ ਰੱਖ, ਪਰ ਅਗਲੀ ਗੱਲ ਵੀ ਤਾਂ ਸਮਝ ਕੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਸੁੱਖ ਗੁਰੂ ਦੇਣਾ ਚਾਹੁੰਦਾ ਹੈ ਉਹ ਇਸ ਦਰ ਤੋਂ ਸੁੱਖ ਲੈਣ ਦਾ ਵੀ ਯਤਨ ਕਰ, ਨਹੀਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਇਹ ਸਾਰਾ ਦਿਖਾਵਾ ਬਣ ਕੇ ਰਹਿ ਜਾਏਗਾ। ਪਾਵਨ ਬਾਣੀ ਅੰਦਰ ਵੀ ਜ਼ਿਕਰ ਆਉਂਦਾ ਹੈ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਇਸ ਤਰ੍ਹਾਂ ਦੇ 100 ਚੱਕਰ ਵੀ ਲਾ ਲਓ ਤਾਂ ਵੀ ਤਬਦੀਲੀ ਕੋਈ ਨਹੀਂ ਆਉਣੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੈਂ ਬੋਲ ਸਾਂਝੇ ਕਰਨ ਲੱਗਾ ਸਾਂ ਕਿ ਕੱਲਾ ਸਤਿਗੁਰੂ ਕਿਰਪਾਨ ਦੀ ਤਲਵਾਰ ਦੀ ਸ਼ਕਤੀ ਦੀ ਗੱਲ ਹੀ ਨਹੀਂ ਕਰਦੇ, ਉਹ ਭਗਤੀ ਵੀ ਤੈਨੂੰ ਸਿਖਾਉਣਾ ਚਾਹੁੰਦੇ ਨੇ ਕਿ ਕਿਵੇਂ ਦੀ ਭਗਤੀ ਪ੍ਰਵਾਨ ਹੈ। ਕਹਿਣ ਲੱਗੇ, ਸਿਜਦੇ ਕਰੇ ਅਨੇਕ ਤੋਪਚੀ, ਕਪਟ ਭੇਸ ਪੋਸਤੀ, ਅਨੇਕਤਾ ਨਿਵਾਵਤ ਹੈ ਸੀਸ ਕੋ, ਕਹਾ ਭਇਓ ਮੱਲ ਜੋ ਪੈ ਕਾਢਤ ਅਨੇਕ ਡੰਡ, ਸੋ ਤੋ ਨਾ ਡੰਡੌਤ ਅਸ਼ਟਾਂਗ ਅਥ 30 ਕੋ, ਕਾਹ ਪਇਓ ਰੋਗੀ ਜੋ ਪੈ ਡਾਰਿਓ ਰੇ ਉਰਦ ਮੁਖ, ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕੋ, ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ, ਇੱਕ ਭਾਵਨਾ ਬਹੀਨ, ਕੈਸੇ ਪਾਵੇਂ ਜਗਦੀਸ਼ ਕੋ, ਜੇ ਭਾਵਨਾ ਨਹੀਂ
ਜੇ ਅੰਦਰੋਂ ਗੁਰੂ ਦੇ ਨਾਲ ਪਿਆਰ ਨਹੀਂ ਤੇ ਸਾਹਿਬ ਕਹਿਣ ਲੱਗੇ ਇਹ ਤੇਰਾ ਝੁਕਿਆ ਪ੍ਰਵਾਨ ਕੋਈ ਨਹੀਂ ਪਾਉਣਾ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਂਝ ਪਾ ਰਹੇ ਨੇ ਕਿ ਭਗਤ ਬਣਨਾ ਕਹੇ ਤੇ ਅੰਦਰੋਂ ਵੀ ਪ੍ਰਵਾਨ ਹੋਣ ਦਾ ਯਤਨ ਕਰ। ਔਰ ਇਹ ਸਾਰੇ ਗੁਣ ਜਿਹੜੇ ਭਗਤੀ ਦੇ ਆਪਾਂ ਸਾਂਝੇ ਕਰ ਰਹੇ ਆ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਦਰ ਸਨ। ਉਸ ਤੋਂ ਬਾਅਦ ਜਦੋਂ ਫਿਰ ਦਾਤੇ ਦੀ ਗੱਲ ਕਰਦੇ ਆ ਤੇ ਦਾਤਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਕੋਈ ਨਹੀਂ, ਜਿਨ੍ਹਾਂ ਨੇ ਆਪਣਾ ਪਰਿਵਾਰ ਸਾਰਾ ਕੁਰਬਾਨ ਕਰ ਦਿੱਤਾ। ਜੇ ਪਿਤਾ ਦੀ ਕਦੀ ਲੋੜ ਪਈ ਇਸ ਭਾਰਤ ਵਾਸੀਆਂ ਨੂੰ ਤੇ ਆਪਣੇ ਪਿਤਾ ਨੂੰ ਵੀ ਤੋਰਨ ਲੱਗਿਆਂ ਦੇਰ ਨਹੀਂ ਲਾਉਂਦੇ, ਕਿਉਂਕਿ ਜਦੋਂ ਖਿੰਦ ਵਾਸੀਆਂ ਦੇ ਇਸ ਦੁੱਖ ਨੂੰ ਦੇਖਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਤੇ ਉਸ ਵਕਤ ਉਹ ਕਸ਼ਮੀਰ ਦੀ ਧਰਤੀ ਤੇ ਰਹਿਣ ਵਾਲੇ 16 ਵਿਦਵਾਨ ਜਿਹੜੇ ਕਿਰਪਾ ਰਾਮ ਪੰਡਤ ਦੀ ਅਗਵਾਈ ਅੰਦਰ ਇਸ ਦਰ ਤੇ ਆਨੰਦਪੁਰ ਸਾਹਿਬ ਆ ਕੇ ਪੁਕਾਰਾਂ ਕਰਦੇ ਨੇ ਕਿ ਬੜੇ ਥਾਵਾਂ ਤੇ ਗਏ, ਗੁਰੂ ਨਾਨਕ ਸਾਹਿਬ ਦੇ ਘਰ ਤੇਰੇ ਤੋਂ ਬਿਨਾਂ ਸਾਡੀ ਕਿਸੇ ਪੁਕਾਰ ਨਾ ਸੁਣੀ। ਅਸੀਂ ਬਦਰੀਨਾਥ ਗਏ, ਅਸੀਂ ਕੇਦਾਰਨਾਥ ਗਏ, ਅਸੀਂ ਕਾਸ਼ੀ ਦੀ ਧਰਤੀ ਤੇ ਗਏ, ਮਥੁਰਾ ਗਏ, ਅਯੋਧਿਆ ਗਏ, ਕਿਸੇ ਨੇ ਵੀ ਸਾਡੀ ਕੋਈ ਗੱਲ, ਸਾਡਾ ਇਹ ਦੁੱਖ ਨਹੀਂ ਸੁਣਿਆ। ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਹੇ ਗੁਰੂ ਤੇਗ ਬਹਾਦਰ ਸਾਹਿਬ, ਤੇਰੇ ਦਰ ਤੇ ਆਏ ਹਾਂ। ਉਹਨਾਂ ਦੇ ਦੁੱਖ ਨੂੰ ਫਿਰ ਕਿਸੇ ਵਿਦਵਾਨ ਨੇ ਬਿਆਨ ਕੀਤਾ ਹੈ, ਕਹਿਣ ਲੱਗੇ ਦੁਖੀ ਬਿਪਰ ਜੋ ਚੱਲ ਕੇ ਆਏ ਪੁਰੀ ਆਨੰਦ, ਬਾਹ ਅਸਾਡੀ ਪਕੜੀਐ ਹਰ ਗੋਬਿੰਦ ਕੇ ਚੰਦ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰੂ ਨਾਨਕ ਹੋ ਅਵਤਾਰੇ, ਜਿਮ ਦਰੋਪਤੀ ਰਾਖੀ ਲਾਜ, ਦਿਓ ਸਵਾਰ ਸੁਦਾਮੇ ਕਾਜ, ਫਿਰਤ ਫਿਰਤ ਆਏ ਪ੍ਰਭ ਧਾਰੇ, ਥੱਕ ਪਰਿਓ ਖਉ ਤੋ ਦਰਬਾਰੇ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਬਾਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹ ਨਾ ਛੋੜੀਐ। ਤੇਗ ਬਹਾਦਰ ਬੋਲਿਆ ਤਰ ਪਏ ਧਰਮ ਨਾ ਛੋੜੀਐ। ਸਾਹਿਬ ਦੇ ਘਰ ਵਿੱਚੋਂ ਭਰੋਸਾ ਮਿਲ ਜਾਂਦਾ ਹੈ। ਸਾਹਿਬ ਕਹਿਣ ਲੱਗੇ ਜਾਓ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁਝਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਅੰਦਰ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫੜ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਏ। ਇਹ ਜੇ ਦਾਤ ਮਿਲੀ ਹੈ, ਜੇ ਇਹ ਬਖਸ਼ਿਸ਼ ਰਹਿਮਤ ਮਿਲੀ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਦਕਾ। ਕਿਉਂਕਿ ਜਦੋਂ ਬਾਹਰੋਂ ਆ ਕੇ ਪੁੱਛਦੇ ਨੇ ਕਿ ਇਹ ਕੌਣ ਹਨ, ਕਿਵੇਂ ਆਏ, ਤੇ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬੋਲ ਸਾਂਝੇ ਕਰ ਦਿੱਤੇ ਸਨ ਕਿ ਇਹਨਾਂ ਦੇ ਧਰਮ ਉੱਪਰ ਸੰਕਟ ਬਣ ਗਿਆ, ਬਿਪਤਾ ਬਣ ਗਈ, ਇਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ। ਉਸ ਵਕਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਬੋਲ ਇਤਿਹਾਸ ਕਹਿੰਦਾ ਕਹਿ ਦਿੱਤੇ ਕਿ ਕੀ ਗੱਲ ਫਿਰ ਕਿਵੇਂ ਰੱਖਿਆ ਹੋ ਸਕਦੀ ਹੈ, ਤੇ ਕਹਿੰਦੇ ਕੋਈ ਮਹਾਂਪੁਰਖ ਚਾਹੀਦਾ ਹੈ ਜਿਹੜਾ ਆਪਣੀ ਕੁਰਬਾਨੀ ਦੇ ਦੇ ਤੇ ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ ਉਸ ਵਕਤ ਬਾਲ ਗੋਬਿੰਦ ਰਾਏ ਨੇ ਇਹੀ ਗੱਲ ਕਹੀ ਸੀ ਕਿ ਖੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੇ ਤੋਂ ਬਿਨਾਂ ਇਹਨਾਂ ਦੀ ਰੱਖਿਆ ਕੋਈ ਨਹੀਂ ਕਰ ਸਕਦਾ, ਤੁਹਾਡੇ ਤੋਂ ਵੱਡਾ ਇੱਥੇ ਹੋਰ ਕੋਈ ਮਹਾਂਪੁਰਖ ਨਜ਼ਰ ਨਹੀਂ ਆਉਂਦਾ, ਤੁਸੀਂ ਹੀ ਇਹਨਾਂ ਦਾ ਬਚਾਅ ਕਰ ਸਕਦੇ ਹੋ, ਇਹਨਾਂ ਦੇ ਉੱਪਰ ਪਏ ਕੋਈ ਸੰਕਟ ਨੂੰ ਟਾਲ ਸਕਦੇ ਹੋ। ਤੇ ਫਿਰ ਇਹ ਬਚਨ ਆਪਣੇ ਲਾਲ ਦੇ ਸੁਣਦਿਆਂ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਦੀ ਦਾਤ ਆਪਣੇ ਲਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਖਸ਼ਦੇ ਨੇ ਤੇ ਕੁਝ ਕੁ ਦਿਨਾਂ ਦੇ ਅੰਦਰ ਹੀ ਤਿਆਰੀ ਕਰਕੇ ਉਹ ਦਿੱਲੀ ਦੀ ਧਰਤੀ ਤੱਕ ਪ੍ਰਚਾਰ ਕਰਦੇ ਪਹੁੰਚ ਜਾਂਦੇ ਨੇ ਤੇ ਆਖਰ ਇੱਥੇ ਆ ਕੇ ਉਹਨਾਂ ਨੇ ਆਪਾ ਕੁਰਬਾਨ ਕਰ ਦਿੱਤਾ। ਮੈਂ ਜ਼ਿਕਰ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਦਾਨੀ ਵੀ ਕੋਈ ਨਹੀਂ। ਇਹ ਉਹਨਾਂ ਨੇ ਹੀ ਹਿੰਦੂ ਧਰਮ ਦੇ ਉੱਪਰ ਪਈ ਕੋਈ ਬਿਪਤਾ ਨੂੰ ਟਾਲ ਦਿੱਤਾ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਪਣੇ ਇਤਿਹਾਸ ਵਿੱਚੋਂ ਇਸ ਦਾਨ ਸੰਬੰਧੀ ਪੜ੍ਹਦੇ ਹਾਂ, ਇਸ ਘਰ ਦੇ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਵੀ ਹੰਸ ਰਾਮ ਆਉਂਦਾ ਹੈ। ਜਦੋਂ ਸਤਿਗੁਰੂ ਜੀ ਦੇ 52 ਕਵੀਆਂ ਦਾ ਜ਼ਿਕਰ ਆਉਂਦਾ ਹੈ ਤੇ ਉਸ 52 ਕਵੀਆਂ ਦੇ ਅੰਦਰ ਨਾਮ ਜਿਹੜਾ ਹੈ ਕਵੀ ਹੰਸ ਰਾਮ ਦਾ ਵੀ ਆਉਂਦਾ ਹੈ। ਬੜੇ ਥਾਵਾਂ ਤੇ ਜਾ ਜਾ ਕੇ ਇਹ ਕਵਿਤਾ ਪੜ੍ਹਦਾ ਸੀ, ਕੋਈ ਬਹੁਤਾ ਮਾਣ ਸਤਿਕਾਰ ਨਹੀਂ ਸੀ ਦਿੰਦਾ, ਬੜੀਆਂ ਥਾਵਾਂ ਤੇ ਵਿਚਰਿਆ, ਬੜਾ ਸਿਆਣਾ, ਬੜਾ ਵਿਦਵਾਨ ਹੈ। ਪਰ ਜਿਸ ਵਕਤ ਦੱਸ ਪਈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜਾ ਮਾਣ ਦਿੰਦੇ ਨੇ,
ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਤੇ ਆਨੰਦਪੁਰ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਗੱਲਬਾਤ ਸਾਂਝੀ ਹੋਈ ਕਿ ਇੱਕ ਕਵਿਤਾ ਦਾ ਸਮਾਂ ਦੇ ਦਿੱਤਾ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਣ ਸਭ ਨੂੰ ਪਿਆਰ ਕਰਨ ਵਾਲੇ ਇਸ ਦੀਵਾਨ ਸਜੇ ਅੰਦਰ ਕਵੀ ਹੰਸ ਰਾਮ ਨੂੰ ਜਦੋਂ ਸਮਾਂ ਦਿੰਦੇ ਨੇ ਕਵਿਤਾ ਪੜ੍ਹੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਪ੍ਰਸੰਨ ਹੋਏ। ਇਤਿਹਾਸ ਕਹਿੰਦਾ ਹੈ ਕਿ 3 ਦਿਨ ਫਿਰ ਇਹ ਆਇਆ ਹੋਇਆ ਕਵੀ ਹੰਸ ਰਾਮ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਅੰਦਰ ਰਹਿੰਦਾ ਹੈ ਤੇ ਇੱਥੇ 3 ਦਿਨ ਇਹ ਕਵਿਤਾਵਾਂ ਸਤਿਗੁਰੂ ਦੀ ਸਿਫਤ ਅੰਦਰ ਸਾਂਝੀਆਂ ਕਰਦਾ ਰਿਹਾ। ਇਹਨਾਂ 3 ਦਿਨਾਂ ਦੇ ਅੰਦਰ ਸਾਹਿਬ ਨੇ ਇੱਕ ਦਿਨ ਆਪਣੇ ਹੀ ਖਜ਼ਾਨਚੀ ਰਾਮਚੰਦ ਨੂੰ ਇਸ਼ਾਰਾ ਕੀਤਾ ਕਿ ਦੇਖੋ ਖਜ਼ਾਨੇ ਦੇ ਅੰਦਰ ਕਿੰਨੀ ਮਾਇਆ ਪਈ ਹੋਈ ਹੈ। ਇਸ ਕਵੀ ਹੰਸ ਰਾਮ ਨੂੰ ਕਿਤੋਂ ਮਾਣ ਨਹੀਂ ਸੀ ਮਿਲਦਾ। ਮੈਂ ਦਾਨ ਦਾ ਦਾਨੀ ਦਾ ਜ਼ਿਕਰ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿੰਨੇ ਵੱਡੇ ਦਾਨੀ। ਜਿਸ ਵਕਤ ਉਹ ਖਜ਼ਾਨਚੀ ਖਜ਼ਾਨੇ ਅੰਦਰ ਜਾ ਕੇ ਖੱਤ ਪਾਉਂਦਾ ਹੈ ਤੇ ਇਤਿਹਾਸ ਕਹਿੰਦਾ ਹੈ ਕਿ 18,000 ਰਜਤਪਨ ਉਸ ਸਮੇਂ ਦੀ ਜਿਹੜੀ ਕਰੰਸੀ ਉਹ ਉਸ ਖਜ਼ਾਨੇ ਅੰਦਰ ਪਈ ਹੋਈ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆ ਕੇ ਦੱਸਿਆ ਜਾਂਦਾ ਹੈ ਤੇ ਸਾਹਿਬ ਕਹਿਣ ਲੱਗੇ ਇਹ ਸਾਰਾ 18,000 ਰਜਤਪਨ ਜਿਹੜਾ ਹੈ ਇਹ ਕੱਢ ਲਿਆਓ ਤੇ ਲਿਆ ਕੇ ਇਸ ਕਵੀ ਹੰਸ ਰਾਮ ਦੀ ਝੋਲੀ ਅੰਦਰ ਪਾ ਦਿੱਤਾ ਜਾਏ। ਕੈਸਾ ਇਹ ਕਮਾਲ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾਨੀ। ਉਹ ਲਿਆਂਦਾ ਹੋਇਆ ਸਾਰਾ ਧਨ ਕਵੀ ਹੰਸ ਰਾਮ ਦੇ ਅੱਗੇ ਢੇਰੀ ਲਾ ਦਿੱਤਾ ਤੇ ਗੱਲ ਇੱਥੇ ਨਹੀਂ ਮੁੱਕੀ। ਹੁਣ ਗਵਾਲੀਅਰ ਦੀ ਧਰਤੀ ਤੋਂ ਕੋਈ ਸੰਗਤ ਆਈ, ਉਹ ਹਾਥੀ ਲੈ ਕੇ ਆਈ ਸੀ ਔਰ ਹਾਥੀ ਵੀ ਕਵੀ ਹੰਸ ਰਾਮ ਨੂੰ ਭੇਟਾ ਕਰ ਦਿੱਤਾ। ਅਜੇ ਵੀ ਗੱਲ ਨਹੀਂ ਮੁੱਕੀ। ਕਹਿਣ ਲੱਗੇ ਇਹ ਕਟੋਚ ਇਲਾਕੇ ਦਾ ਰਹਿਣ ਵਾਲਾ ਹੈ, ਇਸ ਦੇ ਘਰ ਤੱਕ ਇਹ ਸਾਰਾ ਧਨ ਪਹੁੰਚਾਇਆ ਜਾਏ। ਉਸ ਵਕਤ ਫਿਰ ਖੱਚਰਾਂ ਦੇ ਉੱਪਰ ਇਹ ਸਾਰਾ ਧਨ ਲੱਦਿਆ ਤੇ ਨਾਲ 11 ਸਿੰਘ ਘੋੜਿਆਂ ਦੇ ਉੱਪਰ ਸਵਾਰ ਕੀਤੇ। ਸਭ ਤੋਂ ਅੱਗੇ ਨਗਾਰਾ ਵੱਜੇਗਾ, ਹਾਥੀ ਦੇ ਉੱਪਰ ਇਹ ਕਵੀ ਹੰਸ ਰਾਮ ਸੱਜ ਕੇ ਜਾਏਗਾ, ਨਾਲ ਨਾਲ ਖੱਚਰਾਂ ਦੇ ਉੱਪਰ ਇਸ ਘਰ ਦੇ ਵਿੱਚੋਂ ਮਿਲਿਆ ਹੋਇਆ ਧਨ ਜਾਏਗਾ। ਜਿਸ ਵਕਤ ਇਹ ਸਾਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਤੇ ਕਵੀ ਹੰਸ ਰਾਮ ਦੇ ਨੈਣਾਂ ਵਿੱਚੋਂ ਨੀਰ ਵਹਿ ਤੁਰਦੇ ਨੇ ਕਿ ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੇਰੇ ਤੋਂ ਬਿਨਾ ਕੋਈ ਸਾਨੂੰ ਇਸ ਤਰ੍ਹਾਂ ਦਾ ਮਾਨ ਸਨਮਾਨ ਦੇਣ ਵਾਲਾ ਕੋਈ ਨਹੀਂ। ਆਖਰ ਕਟੋਚ ਤੱਕ ਉਸ ਦੇ ਘਰ ਤੱਕ ਕਵੀ ਹੰਸ ਰਾਮ ਨੂੰ ਪਹੁੰਚਾਇਆ ਜਾਂਦਾ ਹੈ। ਮੈਂ ਜ਼ਿਕਰ ਕਰ ਰਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭਗਤ ਵੀ ਹਨ, ਉਹ ਦਾਨੀ ਵੀ ਹਨ ਤੇ ਉਹ ਸੂਰਮੇ ਵੀ ਹਨ। ਸੂਰਮੇ ਕਿੰਨੇ ਵੱਡੇ। ਜਦੋਂ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਪੜ੍ਹਿਆ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ 4 ਤੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕੋ ਵਾਰ ਵੱਖ-ਵੱਖ ਨਿਸ਼ਾਨਿਆਂ ਤੇ ਲਾ ਸਕਦੇ ਨੇ। ਇਹ ਖੱਬੇ ਹੱਥ ਨਾਲ, ਇਹ ਸੱਜੇ ਹੱਥ ਨਾਲ ਸ਼ਸਤਰ ਚਲਾ ਸਕਦੇ ਨੇ। 212 ਤਰ੍ਹਾਂ ਦੇ ਸ਼ਸਤਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ 212 ਤਰ੍ਹਾਂ ਦੇ ਸ਼ਸਤਰ ਚਲਾਉਂਦੇ ਰਹੇ। 3 ਮੀਲ ਤੱਕ ਉਹਨਾਂ ਦਾ ਚੱਲਿਆ ਹੋਇਆ ਤੀਰ ਜਿਹੜਾ ਹੈ ਉਹ ਵਾਰ ਕਰ ਜਾਂਦਾ ਸੀ। ਇੰਨੇ ਵੱਡੇ ਸੂਰਮੇ ਕਿ ਜਿਸ ਵਕਤ ਚਮਕੌਰ ਦਾ ਜੰਗ ਹੋ ਰਿਹਾ ਹੈ, ਚਮਕੌਰ ਦਾ ਜੰਗ ਹੋਣਾ ਹੈ ਅੰਮ੍ਰਿਤ ਵੇਲੇ ਸਵੇਰੇ ਤੇ ਰਾਤ ਜਿਹੜੀ ਪਹਿਲੀ ਸੀ, ਜਦੋਂ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਹੋ ਸਕਦਾ ਹੈ ਸਾਰੇ ਸਿੰਘ ਭੁੱਖੇ ਭਾਣੇ। ਜ਼ਫਰਨਾਮਾ ਇਹ ਅਗਵਾਈ ਭਰਦਾ ਹੈ ਕਿ ਗੁਰਸ਼ਨਾ ਚੇ ਕਾਰੇ ਕੁਨਦ ਚੇਲ ਨਰ ਕਿ ਦਾ ਲਕ ਬਰਾਇਦ ਬਰੋ ਬੇਖਬਰ ਕਿ ਭੁੱਖੇ ਭਾਣੇ ਇਹ 40 ਸ਼ੇਰ ਇਹਨਾਂ ਨੇ ਮੈਦਾਨੇ ਜੰਗ ਅੰਦਰ ਲੜਨਾ ਹੈ। ਰਾਤ ਦਾ ਜਿਹੜਾ ਸਮਾਂ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਸੂਰਮੇ ਰਾਤ ਦੇ ਸਮੇਂ ਵੀ ਉਹਨਾਂ ਨੇ ਆਰਾਮ ਨਹੀਂ ਕੀਤਾ। ਜੋਗੀ ਅੱਲਾ ਯਾਰ ਖਾਨ ਨੇ ਇਹ ਗੱਲ ਕਹੀ ਕਿ सोए खोए बच्चों को का सर को पकड़ कर चल दोगे अब अब्बा को मुसीबत में जकड़ कर, थी जिंदगी लिखी कोई किस्मत में उजड़ कर, फिर मिलने का वादा तो किए जाओ बिछड़ कर, थे 4 हो अब 2 ही, शहर ये भी ना होंगे हम सब्र करेंगे जो अगर ये भी ना होंगे। कहते कदी 4 सन 2 विछड़ गए 2 मेरे कोल, इन्हां भी सवेरे चले जाना। थे 4 हो अब 2 ही, शहर ये भी ना होंगे हम सब्र करेंगे जो अगर ये भी ना होंगे। एक गुरु गोबिंद सिंह पातशाह ओ मकान सूरमा
ਜਿਨ੍ਹਾਂ ਨੇ ਇਸ ਭਾਰਤ ਦੇ ਲੋਕਾਂ ਨੂੰ ਜਿਉਣਾ ਸਿਖਾ ਦਿੱਤਾ, ਜਿਨ੍ਹਾਂ ਨੇ ਕਦੀ ਨੰਗੀ ਕਰਦ ਵੀ ਨਹੀਂ ਸੀ ਪਕੜੀ। ਸਤਿਗੁਰੂ ਦੇ ਘਰ ਨੇ ਉਹਨਾਂ ਦੇ ਹੱਥਾਂ ਅੰਦਰ ਸ਼ਸਤਰ ਦੇ ਕੇ ਇਹਨਾਂ ਭਾਰਤ ਵਾਸੀਆਂ ਦੇ ਅੰਦਰ ਇੰਨੀ ਵੱਡੀ ਉਸ ਭਗਤੀ ਦੇ ਨਾਲ ਸ਼ਕਤੀ ਦੇ ਦਿੱਤੀ ਕਿ ਹਮਲਾਵਰ ਜਿਹੜਾ ਹੈ ਦੁਬਾਰਾ ਅਰਬ ਕੰਟਰੀਆਂ ਵੱਲੋਂ ਫਿਰ ਚੜ ਕੇ ਨਹੀਂ ਆ ਸਕਿਆ। ਇਹ ਵੱਖਰੀ ਗੱਲ ਹੈ ਕਿ ਅੱਜ ਜਿਹੜੇ ਅਕਿਰਤ ਕਣ ਲੋਕ ਹਨ, ਵੈਸੇ ਤੇ ਇਹ ਉਸ ਸਮੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਘਰ ਦੀ ਜ਼ਿੰਮੇਵਾਰੀ ਸੰਭਾਲਦੇ ਨੇ ਤੇ 22 ਧਾਰ ਦੇ ਪਹਾੜੀ ਰਾਜੇ ਕਿੰਨਾ ਕੁ ਸਮਾਂ ਕਿਤੇ ਸਤਿਗੁਰੂ ਦੀ ਸ਼ਹੀਦੀ ਨੂੰ ਹੋਇਆ, ਉਹਨਾਂ ਵਾਸਤੇ ਹੀ ਆਪਾ ਕੁਰਬਾਨ ਕੀਤਾ। ਇਹ ਉਦੋਂ ਹੀ ਭੁੱਲ ਗਏ। ਇਹ ਅਕਿਰਤ ਕਣ ਲੋਕ ਹਨ ਤੇ ਅੱਜ ਵੀ ਇਸ ਧਰਮ ਦੇ ਉੱਪਰ ਉਹ ਬਿਪਤਾ ਤਰ੍ਹਾਂ ਦੀ ਪਾਉਣੀ ਚਾਹੁੰਦੇ ਨੇ, ਪਰ ਇਹ ਖਾਲਸਾ, ਇਹ ਕੌਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਜੀ ਹੈ। ਇਹ ਇਸੇ ਤਰ੍ਹਾਂ ਹੀ ਅਗਵਾਈ ਕਰਦੀ ਰਹੇਗੀ। ਆਪਣੇ ਉੱਪਰ ਦੁੱਖ ਝੱਲ ਕੇ ਇਹ ਇਸ ਭਾਰਤ ਵਾਸੀਆਂ ਨੂੰ ਜਾਂ ਕੋਈ ਵੀ ਹੋਏ ਇਸੇ ਤਰ੍ਹਾਂ ਜਗਾਉਣ ਦੀ ਜਾਚ ਜਿਹੜੀ ਹੈ ਉਹ ਸਿਖਾਉਂਦੀ ਰਹੇਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਦਰ ਇਹ ਕੁਝ ਗੁਣ ਜੋ ਉਸ ਕੌਮ ਦੇ ਵਿਦਵਾਨ ਤੁਲਸੀ ਰਾਮ ਨੇ ਸਾਂਝੇ ਕੀਤੇ ਕਿ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਇੱਕ ਗੁਣ ਨਹੀਂ, ਤਿੰਨੇ ਦੇ ਤਿੰਨੇ ਗੁਣ। ਵੈਸੇ ਤੇ ਸਤਿਗੁਰੂ ਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ। ਇਹ ਜੇਬਾ ਇੱਕ ਜਿਹੜੀ ਹੈ ਉਹ ਛੋਟੀ ਪੈ ਜਾਂਦੀ ਏ। ਸਾਹਿਬ ਕਹਿਣ ਲੱਗੇ ਖਰ ਅੰਤ ਨਾ ਹੀ ਪਾਰਾਵਾਰ, ਕੌਣ ਹੈ ਕਰੈ ਵਿਚਾਰ, ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜੀ ਕਿਆ ਬਖਾਨੈ ਹਾਂ ਕਿ ਬਲ 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 ਸਦ ਬਲਿਹਾਰ। ਇਹ ਜੇਬਾ ਇੱਕ ਕਿੰਨੇ ਕੁ ਗੁਣ ਤੇਰੇ ਬਿਆਨ ਕਰ ਲੇਗੀ। ਤੇਰਾ ਇਤਿਹਾਸ, ਤੇਰਾ ਇਹ ਪਿਓ ਦਾਦੇ ਦਾ ਮਹਾਨ ਖਜ਼ਾਨਾ, ਇਹ ਪੂਰਨ ਤੌਰ ਤੇ ਬਿਆਨ ਨਹੀਂ ਹੋ ਸਕਦਾ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ। ਜਿੰਨੇ ਵੀ ਬਚਨ ਸਾਂਝੇ ਕੀਤੇ ਹਨ ਕਿਤੇ ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਏ, ਤਾਂ ਕਿ ਇਸ ਘਰ ਦੇ ਅੰਦਰ ਬਿਤਾਈਆਂ ਹੋਈਆਂ ਇਹ ਸਾਡੀਆਂ ਘੜੀਆਂ ਜਿਹੜੀਆਂ ਹਨ ਉਹ ਸਫਲਾ ਹੋ ਜਾਣ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ। ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਈਆਂ ਹੋਈਆਂ ਸੰਗਤਾਂ ਦਾ ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ। ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।